सत श्री अकाल। तुसी देख रहे हो टीवी पंजाब और मैं रश्मीन कौर तुहाडे नाल लेके आई हाँ अज दा कैनेडा न्यूज़ बुलेटिन। अज दीयां खबरां कुछ इस तरह ने। स्टडी परमिट बैकलॉग घटाउण लई IRCC दी मुद्दे ते चर्चा। मेजर पावर आउटेज विच टोरंटो डाउनटाउन रहा नेड़े। पोलियो वायरस के चलते कैनेडा विच जल्दी तो जल्दी गंदे पानी की जांच शुरू। 2 गोलीबारी दीयां घटनावां विच एक दी मौत ते 3 जख्मी। पिछले कुछ समय तो वध रहे कैनेडियन स्टूडेंट वीज़ा रिफ्यूजल्स बारे IRCC ने कुछ नवे विचारधारा प्रस्तुत किए ने। हाल ही विच IRCC ते CIBE ने अपनी मीटिंग विच इन्हां बैकलॉग्स नूं क्लीयर करन बारे कुछ विचार किए। आओ आपां उन्हां दी पॉलिसीज़ नूं थोड़ा होर नेड़ेओं जाणीए। IRCC दा मनना है कि कोविड तो बाद सब तो ज़्यादा डिमांड वध गई है स्टूडेंट वीज़ा दी इन कैनेडा। 2022 ਦੇ ਪਹਿਲੇ 4 ਮਹੀਨੇ ਵਿੱਚ ਸਭ ਤੋਂ ਵੱਧ ਸੰਖਿਆ 'ਚ ਐਪਲੀਕੇਸ਼ਨਸ ਦੇਖੀਆਂ ਗਈਆਂ, ਜਿਨ੍ਹਾਂ ਵਿੱਚ ਇੰਡੀਅਨਸ ਤੇ ਫਿਲੀਪੀਨੋਜ਼ ਨੂੰ ਸਭ ਤੋਂ ਵੱਧ ਦੇਖਿਆ ਗਿਆ। ਕੈਨੇਡਾ ਵਿੱਚ ਸਟੇਬਿਲਿਟੀ ਐਂਡ ਸੇਫਟੀ ਨੂੰ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਇਹਨਾਂ ਵੱਧਦੀਆਂ ਐਪਲੀਕੇਸ਼ਨਸ ਦਾ। 2021 ਵਿੱਚ 56% ਸਟੱਡੀ ਐਪਲੀਕੇਸ਼ਨ ਵਿੱਚ ਵਾਧਾ ਦੇਖਿਆ ਗਿਆ। 2022 ਦੇ ਪਹਿਲੇ ਕੁਆਟਰ ਵਿੱਚ ਹੀ 1,75,000 ਐਪਲੀਕੇਸ਼ਨਸ ਦੇਖੀਆਂ ਗਈਆਂ, ਪਰ ਫਿਰ ਵੀ ਜੁਲਾਈ 2022 ਤੱਕ ਕੁਝ 2 ਲੱਖ ਐਪਲੀਕੈਂਟਸ ਆਪਣੀ ਸਟੱਡੀ ਐਪਲੀਕੇਸ਼ਨ ਦਾ ਪ੍ਰੋਸੈਸ ਹੋਣ ਦੀ ਉਡੀਕ ਕਰ ਰਹੇ ਸੀ, ਜਦੋਂ ਕਿ IRCC ਦਾ ਪ੍ਰੋਸੈਸਿੰਗ ਟਾਈਮ ਸਿਰਫ 12 ਹਫ਼ਤਿਆਂ ਦਾ ਹੈ। ਇਸ ਮੁੱਦੇ ਨੂੰ ਨਜ਼ਰ 'ਚ ਰੱਖਦੇ ਹੋਏ ਸਟੈਂਡਿੰਗ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ 35 ਸੁਝਾਅ ਹਾਊਸ ਆਫ ਕਾਮਨਸ ਇਨ ਓਟਾਵਾ ਅੱਗੇ ਰੱਖੇ, ਜਿਨ੍ਹਾਂ ਵਿੱਚੋਂ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ ਮੁੱਖ ਰੱਖਦੇ ਹੋਏ ਐਕਸਪੈਂਸ਼ਨ ਦੀ ਮੰਗ ਕੀਤੀ ਗਈ। ਪੂਰਾ ਐਪਲੀਕੇਸ਼ਨ ਪ੍ਰੋਸੈਸ ਤੇਜ਼ੀ ਨਾਲ ਚਲਾਉਣ ਦੀ ਮੰਗ ਕੀਤੀ ਗਈ। ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਨਾਲ ਐਲੀਜੀਬਲ ਕੰਟਰੀਜ਼ ਦੇ ਨਿਵਾਸੀ ਸਿਰਫ 20 ਦਿਨ ਦੇ ਅੰਦਰ ਸਟੱਡੀ ਪਰਮਿਟ ਲੈ ਸਕਦੇ ਨੇ। ਇਸ ਸੁਝਾਅ ਵਿੱਚ ਐਲੀਜੀਬਲ ਕੰਟਰੀਜ਼ ਦੀ ਸੂਚੀ ਨੂੰ ਵੀ ਵਧਾਉਣ ਦੇ ਵਿਚਾਰ ਨੂੰ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਕਿ ਵੈਸਟ ਅਫਰੀਕਨ ਕੰਟਰੀਜ਼ ਨੂੰ ਮੁੱਖ ਰੱਖਿਆ ਜਾਏਗਾ। ਨਾਲ ਹੀ ਐਪਲੀਕੇਸ਼ਨ ਪ੍ਰੋਸੈਸ ਨੂੰ ਟਰਾਂਸਪੇਰੈਂਟ ਰੱਖਣ ਦਾ ਮੁੱਖ ਸੁਝਾਅ ਪੇਸ਼ ਕੀਤਾ ਗਿਆ, ਜਿਸ ਦੇ ਨਾਲ ਸਟੂਡੈਂਟ ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ ਤੋਂ ਲੈ ਕੇ ਫਾਈਨੈਂਸਿਸ ਬਾਰੇ ਵੀ ਪੂਰੀ ਜਾਣਕਾਰੀ ਰੱਖ ਸਕਦੇ ਹਨ। ਨਾਲ ਹੀ IRCC ਨੇ ਪ੍ਰੋਵਿੰਸਿਸ ਤੇ ਲਰਨਿੰਗ ਇੰਸਟੀਟਿਊਸ਼ਨਸ ਨੂੰ ਆਪਣੇ ਸੰਬੰਧ ਸਟਰੋਂਗ ਕਰਨ ਦੀ ਮੁੱਖ ਹਿਦਾਇਤ ਦਿੱਤੀ, ਜਿਹਦੇ ਨਾਲ ਕਿ ਇਹ ਇੰਸਟੀਟਿਊਸ਼ਨ ਤੇ ਸਟੂਡੈਂਟ ਦੋਨਾਂ ਲਈ ਹੀ ਇੱਕ ਕੰਮ ਆਸਾਨ ਹੋ ਜਾਏਗਾ। ਟੋਰੰਟੋ ਡਾਊਨਟਾਊਨ ਵਿੱਚ ਬਿਜਲੀ ਬੰਦ ਰਹਿਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਆਵਾਜਾਈ ਤੇ ਕਾਫੀ ਫਰਕ ਪਿਆ, ਟ੍ਰੈਫਿਕ ਲਾਈਟਸ ਬੰਦ ਰਹੀਆਂ ਤੇ ਵਪਾਰ ਸਭ ਠੱਪ ਹੋ ਗਏ। ਟੋਰੰਟੋ ਡਾਊਨਟਾਊਨ ਵਿੱਚ ਅੱਜ ਬਿਜਲੀ ਬੰਦ ਹੋਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਛਿੱਟੇ ਵਜੋਂ ਸੈਂਕੜੋ ਵਪਾਰ ਕੇਂਦਰ ਬੰਦ ਰਹੇ ਤੇ 10,000 ਤੋਂ ਵੱਧ ਗ੍ਰਾਹਕ ਪ੍ਰਭਾਵਿਤ ਹੋਏ ਦੱਸੇ ਜਾਂਦੇ ਨੇ। ਟੋਰੰਟੋ ਡਾਊਨਟਾਊਨ ਵਿੱਚ ਬਿਜਲੀ ਬੰਦ ਤਕਨੀਕੀ ਕਾਰਨਾਂ ਕਰਕੇ ਹੋਈ ਤੇ ਸੰਬੰਧਿਤ ਅਧਿਕਾਰੀ ਬਿਜਲੀ ਸਪਲਾਈ ਕਰਨ ਦੇ ਕੰਮਾਂ ਵਿੱਚ ਜੁਟ ਚੁੱਕੇ ਨੇ। ਬਿਜਲੀ ਬੰਦ ਹੋਣ ਕਾਰਨ ਵਪਾਰਿਕ ਅਦਾਰਿਆਂ ਵਿੱਚੋਂ ਨਿਕਲ ਕੇ ਬਾਹਰ ਆ ਗਏ ਨੇ ਤੇ ਕੰਮਕਾਜ ਬੁਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਗੁੱਲ ਹੋਣ ਕਾਰਨ ਟ੍ਰੈਫਿਕ ਲਾਈਟ ਸਿਗਨਲਸ ਵੀ ਠੱਪ ਰਹੇ ਤੇ ਆਵਾਜਾਈ ਵਿੱਚ ਕਾਫੀ ਵਿਘਨ ਪਿਆ। ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਰਹੇ ਪੋਲੀਓ ਕੇਸਿਸ ਦੀਆਂ ਨਵੀਆਂ ਰਿਪੋਰਟਸ ਤੇ ਕਈ ਵਿਕਸਿਤ ਦੇਸ਼ਾਂ ਵਿੱਚ ਗੰਦੇ ਪਾਣੀ 'ਚੋਂ ਪਾਏ ਗਏ ਸੈਂਪਲਸ ਦੇ ਮੱਦੇਨਜ਼ਰ ਰੱਖਦੇ ਹੋਏ ਕੈਨੇਡਾ ਨੇ ਵੀ ਆਪਣੇ ਗੰਦੇ ਪਾਣੀ ਦੀ ਜਾਂਚ ਜਲਦੀ ਤੋਂ ਜਲਦੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਰਹੇ ਪੋਲੀਓ ਕੇਸਿਸ ਦੀਆਂ ਨਵੀਆਂ ਰਿਪੋਰਟਸ ਤੇ ਕਈ ਵਿਕਸਿਤ ਦੇਸ਼ਾਂ ਵਿੱਚ ਗੰਦੇ ਪਾਣੀ 'ਚੋਂ ਪਾਏ ਗਏ ਸੈਂਪਲਸ ਦੇ ਮੱਦੇਨਜ਼ਰ ਰੱਖਦੇ ਹੋਏ ਕੈਨੇਡਾ ਨੇ ਵੀ ਆਪਣੇ ਗੰਦੇ ਪਾਣੀ ਦੀ ਜਾਂਚ ਜਲਦੀ ਤੋਂ ਜਲਦੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਪਹਿਲਾਂ ਤੋਂ ਹੀ ਪੋਲੀਓ ਵਾਇਰਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਦੀ ਆ ਰਹੀ ਹੈ। ਅੱਜ ਦੇ ਦਿਨ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਇਨ ਵਿਨੀਪੈਗ ਦੀ ਨੈਸ਼ਨਲ ਲੈਬੋਰੇਟਰੀ ਕੋਲ ਪੋਲੀਓ ਵਾਇਰਸ ਦੀ ਜਾਂਚ ਕਰਨ ਲਈ ਡਾਇਗਨੋਸਟਿਕ ਟੂਲਸ ਉਪਲਬਧ ਹਨ। ਪੋਲੀਓ ਵਾਇਰਸ ਦੇ ਕੋਈ ਵੀ ਪੋਜ਼ਿਟਿਵ ਸੈਂਪਲਸ ਇਸ ਲੈਬ ਵਿੱਚ ਭੇਜੇ ਜਾਣਗੇ ਅਤੇ ਨਤੀਜੇ ਸੰਬੰਧਿਤ ਸਥਾਨਕ ਸਿਹਤ ਅਥਾਰਟੀਆਂ ਨਾਲ ਸਾਂਝੇ ਕੀਤੇ ਜਾਣਗੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਇਸ ਗੰਦੇ ਪਾਣੀ ਦੀ ਜਾਂਚ ਨਾਲ ਆਪਣੇ ਨੈਸ਼ਨਲ ਅਤੇ ਇੰਟਰਨੈਸ਼ਨਲ ਪਾਰਟਨਰਸ ਨਾਲ ਸ਼ੇਅਰ ਕਰਨਗੇ, ਜੋ ਕਿ ਇਸ ਖੇਤਰ ਵਿੱਚ ਮਾਹਰ ਹਨ।
एक स्ट्रैटेजी बनाई जाएगी जो कि की हाई रिस्क म्यूनिसिपैलिटीज तो इकट्ठे किए सैंपल की जांच करेगी। एरिक आर्ट्स, अ प्रोफेसर एट वेस्टर्न यूनिवर्सिटीज स्कूलिक स्कूल ऑफ मेडिसिन एंड डेंटिस्ट्री ने कहा कि पानी विच असल पोलियो वायरस की जांच करना भी कुछ देशों विच बढ़ती जा रही वैक्सीन करके चैलेंजिंग है। आर्ट्स ने कहा कि यह निर्धारित करना औखा है कि असल कारण की है ते यह वायरस कित्थों आ रहा है। वध रहे क्राइम बारे जे गल करिए तां फिलहाल होईयां कैनेडा विच दो वख-वख घटनावां जिन्हां विच एक दी मौत ते बाकी दे जख्मी पाए गए ने। ਇਹ ਘਟਨਾਵਾਂ ਟੋਰਾਂਟੋ ਸ਼ਹਿਰ ਦੇ ਰਿਚਮੰਡ ਹਿੱਲ ਤੇ ਮੌਂਟਰੀਅਲ ਵਿੱਚ ਹੋਈਆਂ ਨੇ। ਇਹਨਾਂ ਬਾਰੇ ਜੇ ਅੱਗੇ ਵਿਚਾਰ ਕੀਤਾ ਜਾਵੇ ਤਾਂ ਉਹ ਕੁਝ ਇਸ ਤਰ੍ਹਾਂ ਨੇ। ਅੱਜ ਟੋਰਾਂਟੋ ਸ਼ਹਿਰ ਦੇ ਰਿਚਮੰਡ ਹਿੱਲ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਦੋ ਬੰਦੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਦੋ ਬੰਦਿਆਂ ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਕਿਸੇ ਹੋਰ ਮ੍ਰਿਤਕ ਬੰਦੇ ਦਾ ਫਿਊਨਰਲ ਅਟੈਂਡ ਕਰਨ ਆਏ ਸਨ ਤੇ ਸਮਾਂ ਲਗਭਗ 3:30 ਵਜੇ ਦਾ ਸੀ। ਜ਼ਖਮੀ ਬੰਦਿਆਂ ਨੂੰ ਕ੍ਰਿਟੀਕਲ ਕੰਡੀਸ਼ਨ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਹਮਲਾਵਰ ਇੱਕ SUV ਵਿੱਚ ਆਏ ਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਮੌਂਟਰੀਅਲ ਸ਼ਹਿਰ ਵਿੱਚ ਅਜਿਹੀ ਇੱਕ ਹੋਰ ਘਟਨਾ ਵਾਪਰੀ ਜਿੱਥੇ ਗੋਲੀਬਾਰੀ ਦੇ ਦੌਰਾਨ ਇੱਕ ਜਾਣੇ ਦੀ ਮੌਤ ਹੋ ਗਈ ਔਰ ਦੋ ਜਾਣੇ ਜ਼ਖਮੀ ਹੋ ਗਏ। ਰਾਤ ਨੂੰ ਲਗਭਗ 10:20 ਤੇ ਦੋ ਹਥਿਆਰਬੰਦ ਬੰਦਿਆਂ ਨੇ 4 ਲੋਕਾਂ ਤੇ ਹਮਲਾ ਕਰ ਦਿੱਤਾ। ਮੌਂਟਰੀਅਲ ਨਾਰਥ ਵਿੱਚ ਵਾਪਰੀ ਇਸ ਘਟਨਾ ਵਿੱਚ 26 ਸਾਲਾ ਬੰਦੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀ ਹੋਏ ਬੰਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਘਟਨਾ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਚੇਤਨਾ ਮੰਚ ਵੱਲੋਂ ਲੋਕਾਂ ਕੋਲੋਂ ਫੰਡ ਇਕੱਠਾ ਕਰਕੇ $20,000 ਇਕੱਠੇ ਕਰ ਲਏ ਗਏ ਨੇ ਤੇ ਹੋਰ ਫੰਡ ਇਕੱਠੇ ਕਰਨ ਦੀ ਮੁਹਿੰਮ ਜਾਰੀ ਹੈ। ਕੈਨੇਡਾ ਦੇ ਚੇਤਨਾ ਮੰਚ ਵੱਲੋਂ ਲੋਕਾਂ ਤੋਂ ਫੰਡ ਇਕੱਠਾ ਕਰਕੇ $20,000 ਇਕੱਠੇ ਕਰ ਲਏ ਗਏ ਨੇ ਤੇ ਹੋਰ ਫੰਡ ਇਕੱਠਾ ਕਰਨ ਦੀ ਮੁਹਿੰਮ ਜਾਰੀ ਹੈ। ਚੇਤਨਾ ਮੰਚ ਵੱਲੋਂ ਇਹ ਫੰਡ ਇਸ ਲਈ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਇੰਡੀਅਨ ਕਨਸਟੀਟਿਊਸ਼ਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਯਾਦਗਾਰ ਸਰੀ ਸ਼ਹਿਰ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਸਥਾਪਿਤ ਕੀਤੀ ਜਾ ਸਕੇ। ਡਾਕਟਰ ਅੰਬੇਡਕਰ ਦੀ ਇਹ ਯਾਦਗਾਰ ਲਾਇਬ੍ਰੇਰੀ ਵਿੱਚ ਇੱਕ ਕਮਰੇ ਦੇ ਰੂਪ ਵਿੱਚ ਰਹੇਗੀ। ਡਾਕਟਰ ਅੰਬੇਡਕਰ ਨੂੰ ਡੈਡੀਕੇਟਡ ਇਹ ਕਮਰਾ 2032 ਤੱਕ ਲਾਇਬ੍ਰੇਰੀ ਵਿੱਚ ਉਹਨਾਂ ਦੇ ਨਾਮ ਨਾਲ ਜਾਣਿਆ ਜਾਏਗਾ। ਇਸ ਕਾਜ਼ ਲਈ ਫੰਡ ਰੇਜ਼ਿੰਗ ਇਨੀਸ਼ੀਏਟਿਵ ਦੇ ਇੱਕ ਲੀਡਰ ਸੁਰਜੀਤ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹਾਨ ਕੰਮ ਵਿੱਚ ਵੱਧ ਤੋਂ ਵੱਧ ਡੋਨੇਸ਼ਨ ਕਰਨ ਤਾਂ ਜੋ ਇਹ ਯਾਦਗਾਰ ਜਲਦੀ ਤੋਂ ਜਲਦੀ ਬਣਾਈ ਜਾ ਸਕੇ। ਸਟੇਟ ਆਫ ਕੈਲੀਫੋਰਨੀਆ ਨੇ ਦੇਸ਼ ਦਾ ਸਭ ਤੋਂ ਵੱਡਾ ਕਾਲਜ ਸੇਵਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ ਜੋ ਕਿ ਸੂਬੇ ਦੇ ਲੋ ਇਨਕਮ ਗਰੁੱਪ ਤੇ 4 ਮਿਲੀਅਨ ਸਟੂਡੈਂਟਸ ਨੂੰ ਸਪੋਰਟ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ US ਦੀ ਸਟੇਟ ਕੈਲੀਫੋਰਨੀਆ ਨੇ ਦੇਸ਼ ਦਾ ਸਭ ਤੋਂ ਵੱਡਾ ਕਾਲਜ ਸੇਵਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਿਹੜਾ ਸੂਬੇ ਵਿੱਚ ਲੋ ਇਨਕਮ ਗਰੁੱਪ ਵਾਲੇ 3.4 ਮਿਲੀਅਨ ਸਟੂਡੈਂਟਸ ਨੂੰ ਸਪੋਰਟ ਕਰੇਗਾ। ਕੱਲ ਇਸ ਪ੍ਰੋਗਰਾਮ ਜਿਸ ਨੂੰ ਕਾਲ ਕਿਡਸ ਕਿਹਾ ਜਾਂਦਾ ਹੈ ਨੂੰ ਅਫੀਸ਼ੀਅਲੀ ਲਾਂਚ ਕਰਦਿਆਂ ਕੈਲੀਫੋਰਨੀਆ ਦੀ ਸਰਕਾਰ ਨੇ ਇਸ ਵਿੱਚ 1.9 ਬਿਲੀਅਨ ਦੀ ਸ਼ੁਰੂਆਤੀ ਰਾਸ਼ੀ ਪਾ ਕੇ ਇਸ ਨੂੰ ਵੱਡੇ ਪੱਧਰ ਤੇ ਲਾਂਚ ਕੀਤਾ ਹੈ। ਇਹ ਪ੍ਰੋਗਰਾਮ ਗ੍ਰੇਡ 1 ਤੋਂ ਗ੍ਰੇਡ 12 ਦੇ ਲੋ ਇਨਕਮ ਬੈਕਗ੍ਰਾਉਂਡ ਵਾਲੇ ਬੱਚਿਆਂ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਉਹ ਸਾਰੇ ਬੱਚੇ ਜੋ 1 ਜੁਲਾਈ 2022 ਜਾਂ ਫਿਰ ਉਸ ਤੋਂ ਬਾਅਦ ਪੈਦਾ ਹੋਏ ਨੇ ਉਹ ਵੀ ਇਸ ਪ੍ਰੋਗਰਾਮ ਦੇ ਲਾਭਪਾਤਰ ਹੋਣਗੇ। ਕੈਲੀਫੋਰਨੀਆ ਸਟੇਟ ਗਵਰਨਮੈਂਟ ਨੇ ਇਹ ਪ੍ਰੋਗਰਾਮ ਇਸ ਕਰਕੇ ਸ਼ੁਰੂ ਕੀਤਾ ਹੈ ਤਾਂ ਜੋ ਬੱਚੇ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਸਕੂਲਾਂ ਤੋਂ ਕਾਲਜਾਂ ਤੱਕ ਦੀ ਮੰਜ਼ਿਲ ਤੈਅ ਕਰ ਸਕਣ। ਇਹ ਪ੍ਰੋਗਰਾਮ ਤਹਿਤ ਇੱਕ ਬੱਚਾ ਇੱਕ ਵਾਰੀ 'ਚ $500 ਤੋਂ $1,500 ਤੱਕ ਦੀ ਵਿੱਤੀ ਸਹਾਇਤਾ ਲੈਣ ਦੇ ਯੋਗ ਹੋਵੇਗਾ। ਇਸ ਪ੍ਰੋਗਰਾਮ ਬਾਰੇ ਟਿੱਪਣੀ ਕਰਦਿਆਂ ਇੱਕ ਅਸੈਂਬਲੀ ਮੈਂਬਰ ਐਡਰਿਨ ਨਾਜ਼ਰੀਅਨ ਨੇ ਕਿਹਾ ਹੈ ਕਿ ਮੈਨੂੰ ਮਾਣ ਹੈ ਕਿ ਕਾਲ ਕਿਡਸ ਪ੍ਰੋਗਰਾਮ ਫਾਈਨਲੀ ਸ਼ੁਰੂ ਹੋ ਗਿਆ ਹੈ ਤੇ ਇਹ ਮਿਲੀਅਨਸ ਆਫ ਸਟੂਡੈਂਟਸ ਨੂੰ ਸਪੋਰਟ ਕਰੇਗਾ। ਯਾਦ ਰਹੇ ਕਿ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਬਹੁਤ ਸਾਰੇ ਭਾਰਤੀ ਤੇ ਉਚੇਚੇ ਤੌਰ ਤੇ ਪੰਜਾਬੀ ਮੂਲ ਦੇ ਲੋਕ ਵਸਦੇ ਨੇ। ਹੋਰਨਾਂ ਦੇ ਨਾਲ ਇਹ ਸਾਰੇ ਲੋਕ ਵੀ ਇਸ ਪ੍ਰੋਗਰਾਮ ਦਾ ਫਾਇਦਾ ਉਠਾ ਸਕਣਗੇ। ਇੱਥੇ ਇਹ ਦੱਸਣਾ ਵਾਜਬ ਹੈ ਕਿ ਕੋਵਿਡ ਤੋਂ ਬਾਅਦ
रूस ਤੇ ਯੂਕਰੇਨ ਦੀ ਛਿੜੀ ਜੰਗ ਕਰਕੇ ਬਹੁਤ ਵਧੀ ਮਹਿੰਗਾਈ ਦੇ ਚਲਦਿਆਂ ਬਹੁਤ ਸਾਰੇ ਪੇਰੈਂਟਸ ਐਸੇ ਸਨ ਜੋ ਆਪਣੇ ਬੱਚਿਆਂ ਨੂੰ ਸਕੂਲ ਤੇ ਕਾਲਜ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮੁਸ਼ਕਲਾਂ ਪੇਸ਼ ਕਰ ਰਹੇ ਸਨ। ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰੀ ਹੋਇਆ ਕਿ ਮਾਰਚ ਮਹੀਨੇ ਤੋਂ ਜਦੋਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਇਹਨਾਂ ਦੀ ਕੀਮਤ ਘਟ ਕੇ $4 ਪ੍ਰਤੀ ਗੈਲਨ ਤੋਂ ਥੱਲੇ ਰਿਕਾਰਡ ਕੀਤੀ ਗਈ ਹੈ। ਯਾਦ ਰਹੇ ਕਿ ਜੂਨ ਮਹੀਨੇ ਵਿੱਚ ਇਹ ਕੀਮਤਾਂ $5 ਪ੍ਰਤੀ ਗੈਲਨ ਨੂੰ ਪਾਰ ਕਰ ਗਈਆਂ ਸਨ, ਪਰ ਹੁਣ ਇਹ ਕੀਮਤਾਂ $4 ਪ੍ਰਤੀ ਗੈਲਨ ਤੋਂ ਥੋੜਾ ਥੱਲੇ ਜਾਣ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ। ਮਾਹਿਰਾਂ ਦੇ ਦੱਸਣ ਮੁਤਾਬਕ ਗੈਸ ਦੀਆਂ ਕੀਮਤਾਂ ਇਸ ਕਦਰ ਘਟਣ ਦਾ ਕਾਰਨ ਅੱਤ ਦੀ ਮਹਿੰਗਾਈ ਹੈ, ਜਿਸ ਦੇ ਫਲਸਰੂਪ ਲੋਕਾਂ ਨੇ ਆਪਣਾ ਘੁੰਮਣਾ ਫਿਰਨਾ ਸੀਮਿਤ ਕਰ ਲਿਆ ਹੈ ਤੇ ਗੈਸ ਦੇ ਖਰਚੇ ਘਟਾ ਲਏ ਨੇ। ਜਦੋਂ ਗੈਸ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਸਨ ਉਦੋਂ ਫੀਨਿਕਸ ਵਾਸੀ ਜਸਵਿੰਦਰ ਸਿੰਘ ਵੱਲੋਂ ਆਪਣੇ ਗੈਸ ਸਟੇਸ਼ਨ ਤੇ ਕੀਮਤਾਂ ਘਟਾ ਕੇ ਗੈਸ ਵੇਚਣ ਤੇ ਇਸ ਤਰੀਕੇ ਲੋਕਾਂ ਦੀ ਮਦਦ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸੀਬਤਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਅਮਰੀਕਨ ਲਾਅ ਐਨਫੋਰਸਮੈਂਟ ਏਜੰਸੀ ਨੇ ਆਪਣਾ ਸ਼ਿਕੰਜਾ ਉਹਨਾਂ ਦੇ ਦਿਵਾੜੇ ਹੋਰ ਜ਼ਿਆਦਾ ਕੱਸ ਲਿਆ ਹੈ। FBI ਦੀ ਹਿਦਾਇਤ ਤੇ ਉਹਨਾਂ ਦੇ ਘਰ ਦੀ ਤਲਾਸ਼ੀ ਲੈਣ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਟਰੰਪ ਵੱਲੋਂ ਇਨਵੈਸਟੀਗੇਸ਼ਨ ਏਜੰਸੀਜ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੋਣ ਤੇ US ਦੇ ਜਸਟਿਸ ਡਿਪਾਰਟਮੈਂਟ ਨੇ ਟਰੰਪ ਖਿਲਾਫ ਜਾਰੀ ਕੀਤੇ ਗਏ ਵਾਰੰਟ, ਜਿਸ ਦੇ ਤਹਿਤ FBI ਵੱਲੋਂ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਸੀ, ਨੂੰ ਜਨਤਕ ਕਰਨ ਲਈ ਅੱਜ ਕੋਰਟ ਨੂੰ ਅਪੀਲ ਕੀਤੀ ਹੈ। ਅਟਾਰਨੀ ਜਨਰਲ ਵੱਲੋਂ ਵੀ ਟਰੰਪ ਖਿਲਾਫ ਸਖਤ ਰੁਖ ਦਿਖਾਉਂਦਿਆਂ ਕਿਹਾ ਗਿਆ ਹੈ ਕਿ ਇਹ ਸਾਬਕਾ ਰਾਸ਼ਟਰਪਤੀ ਦੇ ਘਰ ਦੀ ਤਲਾਸ਼ੀ ਦੇ ਹੁਕਮ ਉਹਨਾਂ ਵੱਲੋਂ ਹੀ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਟਰੰਪ ਨੇ ਆਪਣੇ ਵਤੀਰੇ ਨੂੰ ਸਹੀ ਦੱਸਦਿਆਂ ਇਹ ਕਿਹਾ ਹੈ ਕਿ ਉਹਨਾਂ ਨੇ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ ਕੁਝ ਗਲਤ ਨਹੀਂ ਕੀਤਾ। ਉਹਨਾਂ ਕਿਹਾ ਕਿ ਸੰਵਿਧਾਨ ਦੀ ਸੋਧ 15 ਮੁਤਾਬਕ ਉਹਨਾਂ ਨੂੰ ਹਰ ਇੱਕ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਡੋਨਲਡ ਟਰੰਪ ਤੇ ਇਹ ਮੌਜੂਦਾ ਕਾਰਵਾਈ ਇਸ ਕਰਕੇ ਹੋ ਰਹੀ ਹੈ ਕਿ ਉਹਨਾਂ ਦੀ ਮਲਕੀਅਤ ਵਾਲੀ ਟਰੰਪ ਆਰਗੇਨਾਈਜੇਸ਼ਨ ਤੇ ਗੰਭੀਰ ਦੋਸ਼ ਨੇ ਕਿ ਇਸ ਨੇ 3 ਸਾਲ ਤੋਂ ਵੱਧ ਸਮਾਂ ਪਹਿਲਾਂ ਦੇਸ਼ ਦੇ ਬਹੁਤ ਸਾਰੇ ਮਨੀ ਲੈਂਡਰਸ, ਇੰਸ਼ੋਰੈਂਸ ਕੰਪਨੀਆਂ ਤੇ ਟੈਕਸ ਅਥਾਰਟੀਜ਼ ਨੂੰ ਮਿਸਲੀਡ ਕੀਤਾ ਹੈ, ਫਾਈਨੈਂਸ਼ੀਅਲ ਸਟੇਟਮੈਂਟਸ ਬੋਗਸ ਪ੍ਰੋਵਾਈਡ ਕਰਕੇ ਤੇ ਉਹਨਾਂ ਨਾਲ ਇੱਕ ਵੱਡਾ ਦਗਾ ਕੀਤਾ ਹੈ। ਯਾਦ ਰਹੇ ਕਿ ਡੋਨਲਡ ਟਰੰਪ ਖਿਲਾਫ ਇੱਕ ਹੋਰ ਮਾਮਲਾ ਜਿਸ ਵਿੱਚ ਉਹਨਾਂ ਰਾਸ਼ਟਰਪਤੀ ਚੋਣ ਉਪਰੰਤ ਆਪਣੀ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ ਲੋਕਾਂ ਦੇ ਵਿੱਚ ਹਿੰਸਾ ਭੜਕਾਉਣ ਦਾ ਵੀ ਰੋਲ ਅਦਾ ਕੀਤਾ ਸੀ। ਉਸ ਕੇਸ ਵਿੱਚ ਵੀ ਡੋਨਲਡ ਟਰੰਪ ਤੇ ਪਹਿਲਾਂ ਹੀ ਗੰਭੀਰ ਦੋਸ਼ ਲੱਗੇ ਨੇ ਤੇ ਟ੍ਰਾਇਲ ਚੱਲ ਰਿਹਾ ਹੈ। ਯਾਦ ਰਹੇ ਕਿ ਟਰੰਪ ਤੋਂ ਪਹਿਲਾਂ US ਦਾ ਕੋਈ ਵੀ ਸਾਬਕਾ ਰਾਸ਼ਟਰਪਤੀ ਇੰਨੇ ਵਿਵਾਦਾਂ ਦੇ ਘੇਰੇ ਵਿੱਚ ਨਹੀਂ ਰਿਹਾ। Since I became Attorney General, I have made clear that the Department of Justice will speak through its court filings and its work. Just now, the Justice Department has filed a motion in the Southern District of Florida to unseal a search warrant and property receipt relating to a court-approved search that the FBI conducted earlier this week. That search was of premises located in Florida belonging to the former president. The department did not make any public statements on the day of the search. The former president publicly confirmed the search that evening, as is his right. Copies of both the warrant and the FBI property receipt were provided on the day of the search to the former president's counsel, who was on site during the search. The search warrant was authorized by a federal court upon the required finding of probable cause. The property receipt is a document that federal law requires law enforcement agents to leave with the property owner. The department filed the motion to make public the warrant and receipt in light of the former president's public confirmation of the search, the surrounding circumstances, and the substantial public interest in this matter. Faithful adherence to the rule of law is the bedrock principle of the Justice Department and of our democracy. Upholding the rule of law means applying the law evenly
without fear or favor. Under my watch, that is precisely what the Justice Department is doing. All Americans are entitled to the even-handed application of the law, to due process of the law, and to the presumption of innocence. Much of our work is by necessity conducted out of the public eye. We do that to protect the constitutional rights of all Americans and to protect the integrity of our investigations. Federal law, long-standing department rules, and our ethical obligations prevent me from providing further details as to the basis of the search at this time. There are, however, certain points I want you to know. First, I personally approved the decision to seek a search warrant in this matter. Second, the Department does not take such a decision lightly. Where possible, it is standard practice to seek less intrusive means as an alternative to a search and to narrowly scope any search that is undertaken. ਸਟੱਡੀ ਪਰਮਿਟ ਬੈਕਲੌਗ ਘਟਾਉਣ ਲਈ IRCC ਦੀ ਮੁੱਦੇ ਤੇ ਚਰਚਾ। ਮੇਜਰ ਪਾਵਰ ਆਊਟੇਜ ਵਿੱਚ ਟੋਰਾਂਟੋ ਡਾਊਨਟਾਊਨ ਰਿਹਾ ਨੇੜੇ। ਪੋਲੀਓ ਵਾਇਰਸ ਦੇ ਚੱਲਦੇ ਕੈਨੇਡਾ ਵਿੱਚ ਜਲਦੀ ਤੋਂ ਜਲਦੀ ਗੰਦੇ ਪਾਣੀ ਦੀ ਜਾਂਚ ਸ਼ੁਰੂ। 2 ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 1 ਦੀ ਮੌਤ ਤੇ 3 ਜ਼ਖਮੀ। ਫਿਲਹਾਲ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਲਈ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਮੈਂ ਰਸ਼ਮੀਨ ਕੌਰ, TV ਪੰਜਾਬ।